ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਵਾ ਲੈ ਕੇ ਆਪ ਸਭ ਦੇ ਸਨਮੁਖ ਹੈ। ਆਪ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਸਿੱਖ ਫਲਸਫੇ ਦੀ ਗੱਲ ਕੀਤੀ ਜਾਂਦੀ ਹੈ। ਗੁਰਬਾਣੀ ਦੇ ਅਨੁਸਾਰ ਜੋ ਗੁਰਮਤਿ ਦਾ ਦ੍ਰਿਸ਼ਟੀਕੋਣ ਹੈ ਉਹਦੀ ਗੱਲ ਕੀਤੀ ਜਾਂਦੀ ਹੈ। ਸਿੱਖ ਸਾਹਿਤ ਦੀ ਗੱਲ ਕੀਤੀ ਜਾਂਦੀ ਹੈ, ਸਿੱਖ ਸਾਹਿਤਕਾਰਾਂ ਦੀ ਗੱਲ ਕੀਤੀ ਜਾਂਦੀ ਹੈ। ਪੰਜਾਬੀ ਸਾਹਿਤ ਦੀ ਵੀ ਗੱਲ ਕਰਾਂਗੇ, ਪੰਜਾਬੀ ਸਾਹਿਤਕਾਰਾਂ ਦੀ ਗੱਲ ਵੀ ਕਰਾਂਗੇ, ਪਰ ਕਰਾਂਗੇ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ। ਪਿਛਲੇ ਕੁਝ ਪ੍ਰੋਗਰਾਮਾਂ ਤੋਂ ਲਗਾਤਾਰ ਇਸ ਮਨ ਕੋ ਕੋਈ ਖੋਜੋ ਪਾਏ ਕਿਤਾਬ ਨੂੰ ਆਧਾਰ ਬਣਾ ਕੇ ਇਸ ਕਿਤਾਬ ਦੇ ਰਚੇਤੇ, ਇਸ ਕਿਤਾਬ ਦੇ ਕਰਤਾ ਡਾਕਟਰ ਦਲਜੀਤ ਸਿੰਘ ਵਿਰਕ ਜੀ ਨਾਲ ਗੱਲ ਕੀਤੀ ਜਾ ਰਹੀ ਹੈ। ਔਰ ਆਪ ਜਾਣਦੇ ਹੋ ਕਿ ਡਾਕਟਰ ਦਲਜੀਤ ਸਿੰਘ ਵਿਰਕ ਜੀ ਜਿੱਥੇ ਦੁਨਿਆਵੀ ਵਿੱਦਿਆ ਦੇ ਵਿੱਚ ਨਿਪੁੰਨ ਨੇ, ਉੱਥੇ ਨਾਲ ਨਾਲ ਉਹਨਾਂ ਦੀ ਆਪਣੀ ਅਧਿਆਤਮਿਕ ਸਾਧਨਾ ਵੀ ਹੈ, ਜਿਹਦਾ ਪ੍ਰਗਟਾਵਾ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਕੀਤਾ ਸੀ। ਔਰ ਸਾਡੀ ਚੰਗੀ ਕਿਸਮਤ ਕਿ ਡਾਕਟਰ ਦਲਜੀਤ ਸਿੰਘ ਜੀ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਸਾਡੇ ਨਾਲ ਨੇ। ਉਹਨਾਂ ਦੀ ਆਮਦ ਨੂੰ ਜੀਆਂ ਆਖਦੇ ਹਾਂ, ਫਤਿਹ ਸਾਂਝੀ ਕਰਦੇ ਹਾਂ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਪਾਂ ਜਿੱਥੇ ਮਨ ਦੀ ਗੱਲ ਕਰ ਰਹੇ ਹਾਂ, ਪਿਛਲੇ 3-4 ਐਪੀਸੋਡ ਤੋਂ ਮਨ ਦੀ ਸ਼ਕਤੀ ਦੇ ਸਹੀ ਉਪਯੋਗ ਦੀ ਗੱਲ ਕੀਤੀ ਹੈ। ਸੁਚੇਤ, ਅਚੇਤ ਤੇ ਅਵਚੇਤ ਮਨ ਦੀ ਸੰਯੁਕਤ ਸ਼ਕਤੀ ਦੀ ਗੱਲ ਕੀਤੀ ਹੈ। ਉਹਨੂੰ ਸਹੀ ਸੇਧ ਕਿੱਦਾਂ ਦੇਣੀ ਹੈ, ਦਿਸ਼ਾ ਨਿਰਦੇਸ਼ ਕਿੱਦਾਂ ਦੇਣੇ ਹਨ, ਉਹਦੀ ਗੱਲ ਕੀਤੀ ਹੈ। ਅਰਦਾਸ ਦੀ ਗੱਲ ਵਿੱਚ ਤੁਸੀਂ ਕੀਤੀ ਜੀ। ਅਰਦਾਸਾਂ ਕਈ ਵਾਰੀ ਤਾਂ ਪੂਰੀਆਂ ਹੋ ਜਾਂਦੀਆਂ, ਕਈਆਂ ਦੇ ਨਹੀਂ ਪੂਰੀਆਂ ਹੁੰਦੀਆਂ। ਕੀ ਸ਼ਰਤਾਂ ਆ ਜੀ ਕਿ ਅਰਦਾਸ ਪੂਰੀ ਹੁੰਦੀ ਰਹੇ? ਅਰਦਾਸ ਕਰਨ ਵੇਲੇ ਸਾਡੀ ਮਨ ਦੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਆ? ਇਹ ਸਾਰੀਆਂ ਗੱਲਾਂ ਸੰਗਤਾਂ ਨਾਲ ਜ਼ਰੂਰ ਸਮਝਾਂਗੇ। ਹਾਂਜੀ, ਅਸੀਂ ਅੱਗੇ ਵਿਚਾਰ ਕਰਦੇ ਰਹੇ ਹਾਂ ਕਿ ਮਨ ਦੀ ਜਿਹੜੀ ਸੰਯੁਕਤ ਸ਼ਕਤੀ ਆ ਉਹ ਬਹੁਤ ਜ਼ਿਆਦਾ ਜੀ। ਇਹ ਸ਼ਕਤੀ ਦੀ ਐਪਲੀਕੇਸ਼ਨ ਅਰਦਾਸਾਂ 'ਤੇ ਵੀ ਲੱਗਦੀ ਆ ਜੀ, ਅਤੇ ਅਰੋਗਤਾ ਵਾਸਤੇ, ਬੇਨਤੀ ਵਾਸਤੇ ਵੀ ਲੱਗਦੀ ਆ ਜੀ। ਮਨ ਦੀਆਂ ਜਿਹੜੀਆਂ ਜਦੋਂ ਆਪਾਂ ਅਰਦਾਸਾਂ ਕਰਦੇ ਹਾਂ, ਇਹਦੇ ਮਗਰ ਮਨ ਦਾ ਨਿਸ਼ਚਾ ਹੀ ਕੰਮ ਕਰਦਾ ਜੀ, ਅਤੇ ਪਰਮਾਤਮਾ ਦੀ ਬਖਸ਼ਿਸ਼ ਕੰਮ ਕਰਦੀ ਆ ਜੀ। ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਇਹਦੇ ਨਾਲ ਮਨ ਦੇ ਵਿੱਚ ਜਿਹੜੇ ਨੈਗੇਟਿਵ ਵਿਚਾਰ ਹੁੰਦੇ ਆ, ਨਕਾਰਾਤਮਕ ਜਿਹੜੇ ਵਿਚਾਰ ਨੇ ਉਹ ਧੋਤੇ ਜਾਂਦੇ ਆ ਜੀ। ਅਤੇ ਜਿਹੜੇ ਡਿਫਰੈਂਟ ਮਨ ਦੀਆਂ ਡਿਫਰੈਂਟ ਪਰਤਾਂ ਹੈ ਨਾ, ਉਹ ਫਿਰ ਇਕੱਠੀਆਂ ਕੰਮ ਕਰਨਾ ਸ਼ੁਰੂ ਕਰ ਦਿੱਤੀਆਂ। ਇਕਸਾਰਤਾ ਉਹਨਾਂ ਵਿੱਚ ਆ ਜਾਂਦੀ, ਜਿਸ ਕਰਕੇ ਉਹਨਾਂ ਦੀ ਪਾਵਰ ਵੱਧ ਜਾਂਦੀ ਆ ਜੀ। ਅਤੇ ਉਹ ਪਾਵਰ ਵਧਣ ਦਾ ਨਾਲ ਫਿਰ ਤੁਹਾਡੀ ਅਰੋਗਤਾ ਵੀ ਹੋ ਸਕਦੀ ਹੈ ਅਰਦਾਸ ਦੇ ਨਾਲ, ਜਾਂ ਹੋਰ ਕੋਈ ਕਾਰਜ ਵਾਸਤੇ ਵੀ ਅਰਦਾਸ ਕੀਤੀ ਜਾ ਸਕਦੀ ਆ ਅਤੇ ਉਹ ਪੂਰੀਆਂ ਹੋ ਸਕਦੀਆਂ। ਪਰ ਇਹਨਾਂ ਦੇ ਅਰਦਾਸ ਪੂਰੀਆਂ ਹੋਣ ਦੇ ਵਿੱਚ ਕੁਛ ਨੁਕਤੇ ਆ। ਹਾਂਜੀ, ਉਹ ਨੁਕਤੇ ਜ਼ਰੂਰ ਸਨ, ਉਹ ਸਾਨੂੰ ਖਿਆਲ ਰੱਖਣੇ ਚਾਹੀਦੇ ਆ। ਪਹਿਲਾ ਜਿਹੜਾ ਨੁਕਤਾ ਆ ਉਹ ਹੈਗਾ ਨਿਸ਼ਚਾ। ਬਿਲਕੁਲ, ਨਿਸ਼ਚਾ ਜਿਹੜਾ ਆਪਾਂ ਅੱਗੇ ਵੀ ਕਰਦੇ ਰਹੇ ਹਾਂ ਕਿ ਮੰਗ ਜਦੋਂ ਮੰਨਦੇ ਆ ਨਾ, ਉਹਦਾ ਯਕੀਨ ਹੋਣਾ ਚਾਹੀਦਾ ਇਹ ਕਿ ਜ਼ਰੂਰ ਪੂਰੀ ਹੋਣੀ ਆ। ਇਹ ਮੰਗ ਐਸੀ ਆ ਵੀ ਇਹ ਪੂਰੀ ਹੋਣੀ ਚਾਹੀਦੀ ਹੈ, ਪੂਰੀ ਹੋਵੇਗੀ, ਪੂਰੀ ਹੋਊਗੀ। ਮਤਲਬ ਇਹ ਇੱਕ ਨਿਸ਼ਚਾ ਆ ਤੁਹਾਡੇ ਮਨ ਦੇ ਵਿੱਚ, ਪੋਜ਼ੀਟਿਵਤਾ, ਅਤੇ ਇਹ ਇੱਕ ਸੰਦੇਸ਼ ਮਨ ਨੂੰ ਜਾਣਾ ਚਾਹੀਦਾ, ਅਤੇ ਫਿਰ ਉਹਦੀ ਸ਼ਕਤੀ ਖੁੱਲ੍ਹਣੀ ਸ਼ੁਰੂ ਹੁੰਦੀ ਹੈ। ਪਹਿਲਾ ਨੁਕਤਾ ਇਹ ਹੈ। ਦੂਜਾ ਹੈਗਾ ਮੰਗ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ। ਫਿਰ ਤਾਂ ਦਵੈਤ ਭਾਵਨਾ ਆ ਗਈ। ਹਾਂ, ਦਵੈਤ ਭਾਵਨਾ ਨਹੀਂ ਹੋਣੀ ਚਾਹੀਦੀ। ਕਿਸੇ ਦੇ ਭਲੇ ਵਾਸਤੇ ਤੁਸੀਂ ਅਰਦਾਸ ਕਰ ਸਕਦੇ ਆ, ਪਰ ਕਿਸੇ ਨੁਕਸਾਨ ਵਾਸਤੇ ਨਹੀਂ ਕਰਦੇ ਵੀ ਉਹਦਾ ਆਹ ਗੜਬੜ ਹੋਏ ਅਤੇ ਮੈਨੂੰ ਵੀ ਮਿਲ ਜਾਏ। ਇੱਦਾਂ ਨਹੀਂ, ਕਦੀ ਤੁਹਾਡੀ ਅਰਦਾਸ ਨਹੀਂ ਪੂਰੀ ਹੋਊਗੀ ਜੀ। ਜਦੋਂ ਕਿਸੇ ਦਾ ਨੁਕਸਾਨ ਵਿੱਚ ਹੋਏਗਾ ਤੇ ਅਰਦਾਸ ਕਦੀ, ਇਹ ਤੁਹਾਡਾ ਮਨ ਹੀ ਨਹੀਂ ਐਕਸੈਪਟ ਕਰੂਗਾ। ਮਨ ਨੇ ਕਹਿਣਾ ਇਹ ਪੁੱਠੇ ਕੰਮ ਨਾ ਕਰ ਮੇਰੇ ਨਾਲ। ਅੱਛਾ, ਤੀਜੀ ਗੱਲ ਇਹ ਗਿਆ, ਜਿਹੜੀ ਮੰਗ ਹੈ ਤੁਹਾਡੀ, ਜਿਹੜੀ ਅਰਦਾਸ ਤੁਸੀਂ ਕਰ ਰਹੇ, ਜੋ ਤੁਸੀਂ ਚਾਹੁੰਦੇ ਆ, ਉਹਨੂੰ ਮਲਕ ਨੇ ਅਵਚੇਤ ਮਨ ਦੇ ਹਵਾਲੇ ਕਰਨਾ ਜੀ। ਜੇ ਤੁਸੀਂ ਹਵਾਲੇ ਕਰਨ ਦੇ ਵਿੱਚ ਸਕਸੈਸਫੁਲ ਹੋ ਗਏ, ਫਿਰ ਉਹਦੇ ਵਿੱਚ ਇੰਨੀ ਤਾਕਤ ਹੈ ਕਿ ਉਸ ਨੂੰ ਪੂਰਾ ਕਰੂਗਾ ਜੀ। ਇਹ ਉਹਦੀਆਂ ਜਿਹੜੀਆਂ ਸੁਚੇਤ ਮਨ ਨੂੰ ਤੁਸੀਂ ਆਪਣਾ ਤਰੰਗਾਂ ਦੇਣੀਆਂ ਆ, ਜਿਹੜੀ ਤੁਹਾਡੀ ਡਿਮਾਂਡ ਆ, ਸੁਚੇਤ ਮਨ ਨੇ ਉਹ ਤਰੰਗਾਂ ਅਵਚੇਤ ਮਨ ਨੂੰ ਪਾਸ ਔਨ ਕਰਨੀਆਂ ਜੀ। ਅਤੇ ਜੇ ਉਹ ਪਾਸ ਹੋ ਸਹਿਜੇ ਹੋ ਗਈਆਂ, ਤਰੱਦਦ ਦੇ ਨਾਲ ਨਹੀਂ, ਸਹਿਜੇ ਮਲਕਣੇ ਜੇ ਹੋ ਜਾਣ, ਅਤੇ ਫਿਰ ਉਹਦੇ ਹਵਾਲੇ ਕਰ ਦਿਓ, ਲੈ ਵੀ ਹੁਣ ਤੇਰਾ ਕੰਮ ਤੂੰ ਕਰ ਜੀ। ਫਿਰ ਉਹ ਕਰਨਾ ਸ਼ੁਰੂ ਕਰ ਦੂਗਾ। ਅਤੇ
ਅਗਲੀ ਗੱਲ ਹੈਗੀ ਆ ਕਿ ਸਾਡੀ ਜੋ ਮੰਗ ਆ ਉਹਦੇ ਬਾਰੇ ਸਾਡਾ ਇਰਾਦਾ ਸਾਫ਼ ਸਪਸ਼ਟ ਹੋਵੇ, ਉਹਦੀ ਕਲਪਨਾ ਜਿਹੜੀ ਹੈ ਸ਼ੁੱਧ ਤੇ ਸਪਸ਼ਟ ਤੇ ਕਲੀਅਰ ਹੋਣੀ ਚਾਹੀਦੀ ਵੀ ਮੈਂ ਕੀ ਮੰਗਣਾ ਚਾਹੁੰਦਾ। ਉਹਦੇ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਮਨ ਦੇ ਵਿੱਚ ਵੀ ਆਹ ਵੀ ਮੰਗ ਲਾ ਨਹੀਂ ਇੱਦਾਂ ਹੋ ਜਾਏ ਇੱਦਾਂ ਹੋ ਜਾਏ, ਨਹੀਂ, ਇੱਕ ਚੀਜ਼ ਸਪਸ਼ਟ ਹੋਵੇ ਤੇ ਉਹ ਸਾਨੂੰ ਉਹਦੇ ਜਿਹੜੇ ਸਿੱਟੇ ਆ ਨਾ ਉਸ ਮੰਗ ਮੰਨਣ ਦੇ, ਉਹ ਤੁਹਾਨੂੰ ਕਲਪਨਾ ਕੀਤੀ ਜਾਵੇ ਤੇ ਤੁਹਾਨੂੰ ਲੱਗੇ ਵੀ ਇਹ ਮੇਰੀ ਕਲਪਨਾ ਆ ਜੀ, ਸਟਰੇਟ ਹੋਵੇ। ਤੇ ਅੱਗੇ ਹੈਗਾ ਆ ਕਿ ਇਹ ਜਿਹੜੀ ਕਲਪਨਾ ਆ ਉਹਨਾਂ ਆਪਾਂ ਮਨ ਨੂੰ ਕਿੱਦਾਂ ਦਿੱਤੀ ਜਾਵੇ, ਉਸ ਮਨ ਨੂੰ ਪਕੜਾਈ ਕਿੱਦਾਂ ਜਾਵੇ ਤੂੰ ਪੂਰੀ ਕਰ ਪਾਈ ਜੀ। ਉਹਦਾ ਪ੍ਰਿੰਸੀਪਲ ਜਿੱਦਾਂ ਆਪਾਂ ਪਹਿਲਾਂ ਡਿਸਕਸ ਕਰ ਰਹੇ ਹਾਂ ਉਹ ਹੈਗਾ ਕਿ ਅਵਚੇਤ ਮਨ ਨੂੰ ਆਜ਼ਾਦ ਕਰਨਾ ਜੀ, ਕਿਉਂਕਿ ਸੁਚੇਤ ਮਨ ਦੇ ਇਹ ਦਬੇਲ ਆ, ਇਹ ਉਹ ਗੱਲ ਮੰਨਦਾ ਜੋ ਸੁਚੇਤ ਮਨ ਕਹਿੰਦਾ ਆ, ਇਹਨੂੰ ਉਹ ਤੋਂ ਇੰਡੀਪੈਂਡੈਂਟ ਕਰਨਾ। ਜਦੋਂ ਇਹ ਇੰਡੀਪੈਂਡੈਂਟ ਹੋ ਜਾਊਗਾ ਨਾ ਫਿਰ ਕਮਾਲ ਕਰ ਦਿੰਦਾ ਜੀ। ਤੇ ਇੰਡੀਪੈਂਡੈਂਟ ਕਰਨਾ ਆਸਾਨ ਨਹੀਂ ਹੈਗਾ। ਉਹਦੇ ਜਿਹੜੇ ਗੁਰਮੁਖਾਂ ਨੇ ਤਰੀਕੇ ਅਜ਼ਮਾਏ ਵੀ ਇਹ ਵਿਰੋਧਾ ਭਾਵ ਜਿਹੜਾ ਆ ਇਸ ਨੂੰ ਕਿੱਦਾਂ ਖਤਮ ਕੀਤਾ ਜਾਵੇ, ਕਿਉਂਕਿ ਇਹ ਵਿਰੋਧਾ ਭਾਵ ਵੀ ਚੱਲਣਾ ਸ਼ੁਰੂ ਹੋ ਜਾਂਦਾ ਦੋ ਮਨਾਂ ਦੇ ਵਿੱਚ। ਉਹਨੂੰ ਖਤਮ ਕਰਨ ਦੇ ਤਰੀਕੇ ਇਹ ਹੈਗੇ ਆ ਕਿ ਜਦੋਂ ਤੁਸੀਂ ਮਨ ਨੂੰ ਸੁਸਤਾਓ, ਉਹਨੂੰ ਹੰਗਲਾਉਣੇ ਦੇ ਸਟੇਜ ਵਿੱਚ ਲੈ ਆਓ ਤਾਂ ਕਿ ਮਨ ਦੀ ਐਕਟੀਵਿਟੀ ਘਟ ਜਾਵੇ ਜੀ, ਕਿਉਂਕਿ ਐਕਟਿਵ ਬਹੁਤ ਜ਼ਿਆਦਾ ਨਾ, ਚੰਚਲ ਆ, ਬਹਿਣਾ ਨਹੀਂ ਇਹਨੇ, ਪਰ ਉਹਨੂੰ ਇਸ ਚੀਜ਼ 'ਚ ਲਿਆਓ ਜਿਹੜੀ ਕਹਿ ਲਓ ਹੰਗਲਾਉਣ ਦੀ ਅਵਸਥਾ ਲੈ ਆਓ ਤਾਂ ਕਿ ਅਰਧ ਨੀਂਦ ਦੀ ਅਵਸਥਾ ਕਹਿ ਲਓ ਜੀ, ਸੁਸਤ ਜਿਹਾ ਹੋ ਜਾਏ। ਤੇ ਉਹ ਅਰਧ ਜਾਗਣ ਦੀ ਜਿਹੜੀ ਅਵਸਥਾ ਨਾ ਉਦੋਂ ਤੁਹਾਡਾ ਸੁਚੇਤ ਮਨ ਜਿਹੜਾ ਇਨਐਕਟਿਵ ਹੋਇਆ ਹੁੰਦਾ, ਜਿਨ੍ਹਾਂ ਨੈਣ ਨੰਦਰਾਵਲੇ। ਹਾਂ ਕੀ ਬਾਤ। ਤੇ ਅਵਚੇਤ ਮਨ ਫਿਰ ਉਦੋਂ ਐਕਟਿਵ ਹੋ ਜਾਂਦਾ, ਫਿਰ ਅਵਚੇਤ ਮਨ ਨੂੰ ਪਕੜਨਾ ਆਪਾਂ ਇਹ ਕਰਨਾ। ਹੁਣ ਇਹਦੇ ਵਾਸਤੇ ਇਸ ਅਵਸਥਾ ਵਿੱਚ ਲਿਆਉਣ ਦੇ ਵਿੱਚ ਇਹ ਹੈਗਾ ਕਿ ਅਰਧ ਨੀਂਦ ਵਿੱਚ ਮਨ ਨੂੰ ਲੈ ਕੇ ਜਾਓ ਤੇ ਫਿਰ ਆਪਣੇ ਅਵਚੇਤ ਮਨ ਦੇ ਵਿੱਚ ਆਪਣੀ ਮੰਗ ਨੂੰ ਛੱਡ ਦਿਓ ਜੀ। ਇਹ ਇੱਕ ਤਰੀਕਾ ਆ। ਤੇ ਇਸ ਕੰਮ ਲਈ ਆਮ ਕਰਕੇ ਤੁਹਾਡਾ ਹੁੰਦਾ ਜਦੋਂ ਤੁਸੀਂ ਨਾਮ ਜਪਦੇ ਹੋ ਨਾ, ਨਾਮ ਜਪਣ ਦੇ ਬਾਅਦ ਤੁਹਾਡੀ ਸਟੇਜ ਇੱਕ ਇਹੋ ਜਿਹੀ ਆ ਜੀ ਜੇ ਤੁਹਾਡਾ ਮਨ ਸੁਸਤ ਹੋ ਜਾਊਗਾ, ਫਿਰ ਉਦੋਂ ਕਈ ਵਾਰ ਅਰਧ ਨੀਂਦ ਵੀ ਆ ਜਾਂਦੀ ਹੈ ਮਨ ਜਿਹਨੂੰ ਸੁਖਨੀਂਦਰਾ ਸ਼ਬਦ ਵਰਤਦੇ ਸੁਖਨੀਂਦਰਾ ਵਾਲਾ ਟਾਈਮ ਜਿਹੜਾ ਨਾ ਉਦੋਂ ਮੰਗ ਜੇ ਅਵਚੇਤ ਮਨ ਵਿੱਚ ਛੱਡੀ ਜਾਵੇ ਨਾ ਉਦੋਂ ਉਹ ਮੈਕਸਿਮਮ ਕੰਮ ਕਰਦਾ। ਠੀਕ। ਤੇ ਇਹ ਤੁਸੀਂ ਸਟੇਜ ਲਿਆ ਕੇ ਤੇ ਮੰਗ ਆਪਣੀ ਉਹਨੂੰ ਦੇ ਦੇਣੀ ਆ ਤਾਂ ਕਿ ਉਹਨੂੰ ਫਿਰ ਕੰਮ ਤੇ ਲੱਗ ਜਾਵੇ, ਉਹ ਫਿਰ ਸ਼ੁਰੂ ਹੋ ਜਾਊਗਾ। ਫਿਰ ਉਹ ਇਹ ਨਹੀਂ ਵੀ ਤੁਹਾਨੂੰ ਇਮੀਡੀਏਟਲੀ ਕਰ ਦੂਗਾ, ਉਹ ਫਿਰ ਕੰਮ ਨੂੰ ਲੱਗ ਜਾਂਦਾ। ਉਹ ਡਿਪੈਂਡ ਕਰਦਾ ਉਹ ਕਿੰਨੇ ਚਿਰ 'ਚ ਪੂਰੀ ਹੁੰਦੀ ਆ, ਉਹ ਡਿਮਾਂਡ ਤੇ ਡਿਪੈਂਡ ਕਰਦਾ, ਕਿਉਂਕਿ ਐਡਾ ਵੱਡਾ ਸੰਸਾਰ ਹੈ ਉਹਦੇ ਵਿੱਚ ਚੀਜ਼ਾਂ ਪਈਆਂ, ਉਹਨੂੰ ਸਾਰੀਆਂ ਢੂੰਡ ਕੇ ਉਹਨੇ ਇਕੱਠੀਆਂ ਕਰਕੇ ਲਿਆਉਣੀਆਂ ਤੇ ਉਹਨੂੰ ਸਮਾਂ ਲੱਗ ਸਕਦਾ ਜੀ। ਅੱਗੇ ਹੈਗਾ ਕਿ ਜਿਹੜੀ ਤੁਸੀਂ ਮੰਗ ਮੰਗਣੀ ਆ ਨਾ ਉਹਦਾ ਇੱਕ ਮਨ ਦੇ ਵਿੱਚ ਇੱਕ ਸੈਂਟੈਂਸ ਬਣਾ ਲਓ, ਇੱਕ ਮਨ ਦੇ ਵਿੱਚ ਮੁਹਾਵਰਾ ਕਹਿ ਲਓ ਜੀ, ਮੁਹਾਵਰਾ ਜਿਹਾ ਮਨ ਦੇ ਵਿੱਚ ਚਿੱਤਰ ਲਓ ਜਿੱਦਾਂ ਕਿ ਪਰਮਾਤਮਾ ਦੀ ਮਿਹਰ ਦੇ ਨਾਲ ਸਭ ਕੁਝ ਠੀਕ ਆ ਜੀ, ਪਰਮਾਤਮਾ ਦੀ ਮਿਹਰ ਆ, ਮੈਂ ਅਰੋਗ ਆ, ਮੇਰੇ ਸਾਰੇ ਕਾਰਜ ਜਿਹੜਾ ਕਾਰਜ ਅੜਿਆ ਉਹ ਮੇਰਾ ਠੀਕ ਆ ਕਾਰਜ। ਇਹ ਇੱਕ ਮੁਹਾਵਰਾ, ਉਸ ਮੁਹਾਵਰੇ ਨੂੰ ਤੁਸੀਂ ਰਿਪੀਟ ਕਰਨਾ ਮਨ ਦੇ ਵਿੱਚ ਤਾਂ ਕਿ ਮਨ ਦੇ ਵਿੱਚ ਇਹ ਮੈਸੇਜ ਜਾਂਦਾ ਰਹੇ ਕੰਟੀਨਿਊਸਲੀ ਵੀ ਮੈਂ ਠੀਕ ਆ। ਉਹਨੂੰ ਨੈਗੇਟਿਵਿਟੀ ਨਹੀਂ ਜਾਣੀ, ਉਹਨੂੰ ਮਤਲਬ ਕਹਿ ਲਓ ਵੀ ਇਹ ਰਿਪੀਟ ਕਰਦੇ ਰਹੋ, ਕਈ ਵਾਰ ਰਿਪੀਟ ਕਰੋ। ਆਮ ਤੌਰ ਤੇ ਤੁਸੀਂ ਕਿਸੇ ਨਾਮ ਜਪਣ ਵਾਲੇ ਅਨੁਭਵੀ ਪੁਰਸ਼ ਕੋਲ ਜਾਓ ਤੇ ਉਹ ਕਹੂਗਾ ਵੀ ਇੱਕ ਗੱਲ ਮਨ 'ਚ ਪੱਕੀ ਬਿਠਾ ਲਾ ਕਿ ਵਾਹਿਗੁਰੂ ਸੁੱਖਾਂ ਦਾ ਸੋਮਾ ਆ। ਬਿਲਕੁਲ ਬਿਲਕੁਲ। ਹਾਂ। ਔਰ ਤੂੰ ਵਾਹਿਗੁਰੂ ਨਾਲ ਜੁੜਿਆ ਹੋਇਆ ਜੀ, ਇਸ ਕਰਕੇ ਵਾਹਿਗੁਰੂ ਨੇ ਤੇਰੇ ਨੇੜੇ ਦੁੱਖ ਨਹੀਂ ਆਉਣ ਦੇਣਾ। ਨਹੀਂ ਆਉਣ ਦੇਣੇ, ਹਾਂਜੀ, ਇਹ ਨਿਸ਼ਚਾ ਕਹਿੰਦਾ ਪੱਕਾ ਨਿਸ਼ਚਾ ਬਣਾ ਲਾ ਜੀ, ਔਰ ਇਹਨੂੰ ਯਾਦ ਕਰਦਾ ਰਹੀ ਤੇ ਤੂੰ ਸੁੱਖਾਂ ਦੇ ਵਿੱਚ ਹੀ ਰਹਿ। ਦੇਖੋ ਸਤਿਗੁਰਾਂ ਨੇ ਸਾਨੂੰ ਚੜ੍ਹਦੀ ਕਲਾ ਦਾ ਜਦੋਂ ਇਹੀ ਕਨਸੈਪਟ ਉਹਦੀ ਇਹੀ ਆ, ਦੁੱਖ ਹੋਵੇ ਸੁੱਖ ਪਵੇ ਚੜ੍ਹਦੀ ਕਲਾ 'ਚ ਰਹਿਣਾ, ਇਹੋ ਹੀ ਆ। ਮੰਗ ਦਾ ਮੁਹਾਵਰਾ ਇਹੋ ਜਿਹਾ ਬਣਾ ਜਿਹੜਾ ਚੜ੍ਹਦੀ ਕਲਾ ਦਾ ਹੋਵੇ। ਦੁੱਖ ਨਹੀਂ ਸਭ ਸੁਖੀ ਹੈ, ਹਾਰ ਨਹੀਂ ਸਭ ਜਿੱਤੇ। ਹਾਂਜੀ, ਉਹੋ ਹੀ ਆ ਫਿਲਾਸਫੀ। ਇੱਕ ਉਹ ਵੀ ਮਨ ਨੂੰ ਤਿਆਰ ਕਰਨਾ। ਫਿਰ ਅਗਲਾ ਹੈਗਾ ਮਨ ਨੂੰ ਖੁਸ਼ੀ ਮਹਿਸੂਸ ਕਰਾਉਣੀ ਕਿ ਮੇਰੀ ਮੰਗ ਆ, ਇਹ ਮੰਗ ਤੇ ਪੂਰੀ ਹੋ ਜਾਣੀ ਆ, ਤੇ ਉਹਦਾ ਅਹਿਸਾਸ ਮਨ ਨੂੰ ਕਰਾਉਣਾ ਮੇਰੀ ਮੰਗ ਪੂਰੀ ਹੋ ਗਈ ਤੇ ਮੈਂ ਕਿੱਦਾਂ ਦਾ ਹੋਊਗਾ। ਮੈਂ ਤੁਰ ਸਕਦਾ, ਜੇ ਬਿਮਾਰ ਆ ਮੈਂ ਤੁਰ ਸਕਦਾ, ਮੈਂ ਰੋਟੀ ਖਾ ਸਕਦਾ, ਰੋਟੀ ਨਹੀਂ ਖਾਧੀ ਜਾਂਦੀ ਮੈਂ ਰੋਟੀ ਖਾ ਸਕਦਾ। ਉਹ ਮਨ ਨੂੰ ਉਹ ਰੋਟੀ ਖਾਣ ਦੀ ਜਿਹੜੀ ਖੁਸ਼ੀ ਆ ਨਾ ਉਹ ਮਨ ਨੂੰ ਮਹਿਸੂਸ ਕਰਾਉਣੀ ਆ, ਇਮੈਜਨਰੀ ਕਿ ਮੈਂ ਠੀਕ ਆ, ਮੈਂ ਆ ਤੁਰ ਫਿਰ ਸਕਦਾ ਆ। ਉਹ ਖੁਸ਼ੀ ਦੇ ਬਾਰ-ਬਾਰ ਉਹਨੂੰ ਇਹ ਯਕੀਨ ਦਿਵਾਉਣਾ ਆ ਕਿ ਮੈਂ ਠੀਕ ਆ ਜੀ, ਇਹ ਖੁਸ਼ੀ ਦਾ ਅਹਿਸਾਸ ਦਵਾ ਕੇ ਯਾਨੀ ਕਿ ਨਿਸ਼ਚਾ ਪੱਕਾ ਅਰਦਾਸ ਦੀ। ਯੈਸ, ਹਾਂਜੀ। ਤੇ ਫਿਰ ਅਗਲੀ ਗੱਲ ਹੈਗੀ ਆ ਕਿ ਜਿਹੜੀ ਦੈਵੀ ਬਖਸ਼ਿਸ਼ ਆ ਉਹਦੇ ਨਾਲ ਮਨ ਨੂੰ ਧਰਮਾਤ ਦੇ ਨਾਲ ਭਰਨਾ ਆ। ਕੀ ਬਾਤ ਹੈ, ਕੀ ਬਾਤ। ਭਈ ਇਹ ਤਾਂ ਮੰਗ ਕੁਛ ਵੀ ਨਹੀਂ, ਤੇਰੇ ਅੱਗੇ ਕੀ ਆ ਮੰਗੇ, ਇਹ ਤਾਂ ਮੈਂ ਠੀਕ ਹੀ ਆ, ਤੇਰਾ ਤੇ ਥੈਂਕ ਯੂ, ਪਰਮਾਤਮਾ ਦੇ ਸ਼ੁਕਰ ਕਰਨਾ ਵੀ ਤੂੰ ਤੇ ਮੇਰਾ ਸਾਰਾ ਹੀ ਕਾਰਜ ਕਰਦਾ ਜੀ। ਮਤਲਬ ਉਹਦੇ 'ਚ ਨੈਗੇਟਿਵ ਨਹੀਂ ਲਿਆਉਣਾ। ਜਿਹੜੀ ਦੈਵੀ ਸ਼ਕਤੀ ਆ ਨਾ ਉਸ ਦੀ ਸ਼ਕਤੀ ਦੇ ਨਾਲ ਆਪਾਂ ਧੰਨਵਾਦ ਕਰਨਾ ਤੇ ਧੰਨਵਾਦ ਦੇ ਮਨ ਨੂੰ ਸਰਸ਼ਾਰ ਕਰਨਾ।
ਮਨ ਨੂੰ ਭਰ ਦੇਣਾ ਉਹਦੇ ਧੰਨਵਾਦ ਦੇ ਨਾਲ। ਪਹਿਲਾਂ ਹੀ ਅਜੇ ਭਾਵੇਂ ਹੋਈ ਤੁਹਾਡੀ ਨਹੀਂ ਹੋਈ, ਪਰ ਉਹਨੂੰ ਮਹਿਸੂਸ ਕਰਨਾ ਕਿ ਮੈਂ ਧੰਨਵਾਦ 'ਚ ਭਰਨਾ ਹੈ। ਤੇ ਫਿਰ ਪਰਮਾਤਮਾ ਦਾ ਭੰਡਾਰਾ, ਫਿਰ ਇਹਦੇ ਨਾਲ ਨਾ ਧੰਨਵਾਦ ਦੇ ਨਾਲ ਭੰਡਾਰਾ ਖੁੱਲ੍ਹਣਾ ਸ਼ੁਰੂ ਹੋ ਜਾਂਦਾ ਜੀ। ਉਸ ਭੰਡਾਰੇ ਵਿੱਚੋਂ ਤੁਹਾਡੀਆਂ ਮੰਗਾਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹ ਉਹਦੇ ਵਿੱਚ ਜਿਹੜੇ ਅਟਕਾ ਆਏ ਹੁੰਦੇ ਨਾ, ਉਹ ਫਿਰ ਪਰਮਾਤਮਾ ਉਹ ਅਟਕਾਵਾਂ ਦੇ ਸਾਧਨ ਪੈਦਾ ਕਰਦੇ, ਜਿਹੜੇ ਅਟਕਾ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ ਜੀ। ਸੋ ਇਹ ਵੀ ਇੱਕ ਬਹੁਤ ਜ਼ਰੂਰੀ ਆ। ਫਿਰ ਇੱਕ ਮਨ ਦੇ ਵਿੱਚ ਇਹ ਚੀਜ਼ ਲਿਆਉਣੀ ਬਹੁਤ ਜ਼ਰੂਰੀ ਆ ਕਿ ਜਿਹਦੇ ਕੋਲੋਂ ਮੈਂ ਮੰਗ ਮੰਨ ਰਿਹਾ ਉਹ ਤੇ ਬਹੁਤ ਵੱਡਾ ਸਮਰੱਥ ਆ। ਉਹ ਤਾਂ ਮੰਗਾਂ ਦੇ ਕੀ ਸਾਰੀਆਂ ਮੰਗਾਂ ਪੂਰੀਆਂ ਕਰ ਸਕਦੇ ਹੋ, ਤੇ ਕੁਝ ਵੀ ਮੰਗੋ ਉਹਦੇ ਲਈ ਤੇ ਕੋਈ ਗੱਲ ਹੀ ਨਹੀਂ ਹੈਗੀ। ਜਿੱਦਾਂ ਗੁਰੂ ਸਾਹਿਬ ਕਹਿੰਦੇ ਆ, ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ, ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਿਹਾਰ। ਕੀ ਬਾਤ ਹੈ। ਉਹ ਤੋਂ ਬਲਿਹਾਰ ਜਾਣਾ ਔਰ ਉਹਦੇ ਵਿੱਚ ਸਮਰੱਥਾ ਮਨ ਦੇ ਵਿੱਚ ਲਿਆਉਣੀ ਆ ਕਿ ਉਹ ਤਾਂ ਮਿਰਤ ਕੋ ਜਵਾਲਨ ਹਾਰ ਆ, ਹੈ ਨਾ। ਇਹ ਤਾਂ ਕੋਈ ਗੱਲ ਹੀ ਨਹੀਂ ਆ, ਭੂਖੇ ਕੋ ਦੇਵਤਾ ਆਧਾਰ। ਉਹਦੇ 'ਚ ਤਾਂ ਇੰਨੀ ਸਮਰੱਥਾ ਹੈਗੀ ਆ। ਇਸ ਕਰਕੇ ਆਪਾਂ ਉਹ ਚਿੰਤਾ ਛੱਡ ਦੇਣੀ ਹੈ। ਇੱਕ ਵਾਰ ਜਦੋਂ ਉਹ 'ਤੇ ਗੱਲ ਕਰ ਲਈ, ਪਰਮਾਤਮਾ ਦਾ ਧੰਨਵਾਦ ਕਰ ਲਿਆ, ਪਰਮਾਤਮਾ ਦਾ ਅਹਿਸਾਸ ਕਰ ਲਿਆ, ਤੇ ਮਨ ਵਿੱਚ ਇਹ ਕਰਨਾ ਹੈ ਕਿ ਪਰਮਾਤਮਾ ਸਾਡੀ ਮੰਗ ਪੂਰੀ ਕਰਨ ਦੇ ਸਮਰੱਥ ਆ ਔਰ ਪੂਰੀ ਕਰਦਾ, ਉਹਦਾ ਬਿਰਧ ਆ ਸਫਰ ਕਿ ਉਹ ਮੰਗ ਤੁਹਾਡੀ ਪੂਰੀ ਕਰਦਾ, ਉਹਦਾ ਬਿਰਧ ਆ। ਇਹ ਨਹੀਂ ਹੈਗਾ ਕਿ ਮਾਤਾ ਪਿਤਾ ਜੇ ਸਾਡਾ ਆ ਤੇ ਉਹਨੇ ਸਾਡਾ ਭਲਾਈ ਹੀ ਕਰਨੀ ਆ ਔਰ ਉਹਦੇ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਭਲਾਈ ਕਰਨ ਯੋਗ ਆ ਜੀ। ਇਹ ਕਦੀ ਬੰਤੀ ਨਹੀਂ ਹੋਣਾ ਵੀ ਪਤਾ ਨਹੀਂ ਉਹਨੇ ਕਰਨਾ ਨਹੀਂ ਕਰਨਾ। ਮਾਤਾ ਪਿਤਾ ਦੇ ਸ਼ੱਕ ਕਰਦੇ ਕਿ ਬਾਬਲ ਮੇਰਾ ਵੱਡ ਸਮਰੱਥਾ ਹੈ, ਤੇ ਦੂਜਾ ਇਹ ਵੱਡੀ ਸਮਰੱਥਾ ਵਾਲਾ ਬਾਬਲ ਆ। ਫਿਰ ਇਹ ਵੀ ਯਕੀਨ ਰੱਖਣਾ ਕਿ ਮੈਂ ਜੋ ਉਹਦੇ ਕੋਲ ਮੰਗ ਮੰਗ ਰਿਹਾ, ਮੈਂ ਉਹਦਾ ਪੁੱਤਰ ਆ। ਹਾਂਜੀ। ਮੇਰੀ ਉਹਨੇ ਮੰਗ ਪੂਰੀ ਕਰਨੀ ਉਹਦਾ ਬਿਰਧ ਆ, ਉਹਦੀ ਡਿਊਟੀ ਆ, ਉਹਨੇ ਕਰਨੀ ਆ। ਇਹ ਸ਼ੱਕ ਨਹੀਂ ਲਿਆਉਣਾ। ਫਿਰ ਇੱਕ ਜਿਹੜੀ ਹੋਰ ਜ਼ਰੂਰੀ ਆ ਕਿ ਜਦੋਂ ਆਪਾਂ ਮੰਗ ਕਹਿ ਦਿੱਤੀ, ਮਨ ਨੂੰ ਕਹਿ ਦਿੱਤੀ, ਪਰਮਾਤਮਾ ਨੂੰ ਕਹਿ ਦਿੱਤੀ, ਫਿਰ ਉਹਦੇ ਤੇ ਆਸ ਨਹੀਂ ਛੱਡਣੀ। ਆਸ਼ਾਵੰਤ, ਹਰ ਵੇਲੇ ਆਸ਼ਾਵੰਤ ਰਹਿਣਾ ਕਿ ਇਹ ਮੇਰੀ ਮੰਗ ਪੂਰੀ ਹੋ ਹੀ ਜਾਣੀ ਆ, ਇਸ ਤੇ ਕੋਈ ਗੱਲ ਹੀ ਨਹੀਂ ਹੈਗੀ। ਕਦੀ ਇਹ ਮਨ 'ਚ ਲਿਆਉਣਾ ਨਹੀਂ ਕਿ ਇਹ ਮੰਗ ਜੇ ਨਾ ਪੂਰੀ ਹੋਈ ਫੇਰ ਕੀ ਹੋਈ। ਫਿਰ ਇਹ ਵੀ ਗੱਲ ਆ ਵੀ ਮੰਗ ਜੇ ਪੂਰੀ ਹੋਣ ਨੂੰ ਟਾਈਮ ਲੱਗ ਰਿਹਾ, ਕਾਹਲੇ ਨਹੀਂ ਪੈਣਾ। ਇਹ ਮਨ ਦੇ ਵਿੱਚ ਨਹੀਂ ਲਿਆਉਣਾ ਵੀ ਇਹ ਮੰਗ ਤੇ ਪੂਰੀ ਨਹੀਂ ਹੋਈ, ਨੈਗੇਟਿਵ ਆ ਗਿਆ ਨਾ। ਜੇ ਥੋੜਾ ਸਮਾਂ ਲੱਗ ਗਿਆ, ਕਾਹਲੇ ਨਹੀਂ ਹੋਣਾ। ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਚਿੱਠੀ ਵਾਲੀ, ਚਿੱਠੀ ਪਾ ਕੇ ਆਪਾਂ ਉਡੀਕ ਕਰਦੇ ਹਾਂ ਵੀ ਚਿੱਠੀ ਦਾ ਜਵਾਬ ਆਊਗਾ, ਤੇ ਉਸ ਦੀ ਜਵਾਬ ਦੀ ਆਪਾਂ ਉਡੀਕ ਕਰਨੀ ਆ, ਤੇ ਪਰਮਾਤਮਾ ਦੀ ਸ਼ਕਤੀ ਦੇ ਉੱਤੇ ਜਰੀ ਜਿੰਨਾ ਵੀ ਬੇਭਰੋਸਗੀ ਨਹੀਂ ਲਿਆਉਣੀ ਵੀ ਇਹ ਮੰਗ ਮੇਰੀ ਪੂਰੀ ਨਹੀਂ ਹੋਣੀ। ਫਿਰ ਇੱਕ ਹੋਰ ਚੀਜ਼ ਆ ਕਿ ਮਨ ਦੇ ਨਾਲ ਝਗੜਾ ਕਰਨਾ। ਜਦੋਂ ਨੈਗੇਟਿਵ ਥਾਟ ਆਉਣ ਲੱਗੇ, ਮਨ ਨੂੰ ਕਹਿਣਾ ਬੰਦਾ ਬਣ। ਇਹ ਤਾਂ ਕੰਮ ਮਨ ਨੂੰ ਸਮਝਾਉਣਾ ਆ ਕਿ ਜਿਹੜੀਆਂ ਬਿਮਾਰੀਆਂ ਨੇ ਇਹ ਤਾਂ ਆਉਂਦੀਆਂ ਆ ਕਿ ਗਲਤ ਧਾਰਨਾਵਾਂ ਕਰਕੇ ਹੁੰਦੀਆਂ। ਸਾਡੇ ਐਕਸ਼ਨ ਗਲਤ ਨੇ, ਸਾਡਾ ਬਿਹੇਵੀਅਰ ਗਲਤ ਹੈ, ਸਾਡੀਆਂ ਆਦਤਾਂ ਗਲਤ ਹੈ, ਜਿਸ ਕਰਕੇ ਹੋ ਰਹੀਆਂ। ਇਹ ਨਹੀਂ ਹੈਗਾ ਕਿ ਪਰਮਾਤਮਾ ਜਿਹੜੀ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਵੀ ਸਾਡੇ ਵਿੱਚ ਆਤਮਾ ਆ, ਪਰਮਾਤਮਾ ਦਾ ਅੰਸ਼ ਆ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਰੋਗ ਰਹਿਤ ਆ, ਤੇ ਇਹ ਸਾਡੇ 'ਚ ਕਿੱਥੋਂ ਆ ਗਈ। ਇਹ ਮਨ ਨੂੰ ਸਮਝਾਉਣਾ ਵੀ ਤੂੰ ਇਹ ਨੈਗੇਟਿਵ ਵਿਚਾਰ ਨਹੀਂ ਲੈ ਕੇ ਆਉਣੇ। ਦੂਜਾ ਇਹ ਆ ਕਿ ਮਨ ਨੂੰ ਅਰਦਾਸ ਵਿੱਚ ਜੋੜਨ ਲਈ ਆਪਾਂ ਤਿਆਰ ਕਰਨਾ ਬਹੁਤ ਜ਼ਰੂਰੀ ਆ। ਜਿਹੜੀਆਂ ਗੱਲਾਂ ਆਪਾਂ ਕੀਤੀਆਂ ਨਾ, ਇਹ ਮਨ ਦੀ ਤਿਆਰੀ ਆ। ਇਹ ਤਿਆਰ ਕਰਕੇ, ਤੇ ਜੇ ਆਪਾਂ ਮਨ ਨੂੰ ਤਿਆਰ ਕਰਕੇ ਸੁੱਖ ਨੀਂਦਰ ਵਿੱਚ ਜਿੱਦਾਂ ਆਪਾਂ ਗੱਲ ਕੀਤੀ ਆ ਉਹਦੇ ਵਿੱਚ ਲਿਆ ਕੇ ਆਪਾਂ ਜਿਹੜਾ ਸਾਨੂੰ ਪ੍ਰੋਬਲਮ ਹੈ ਉਹ ਦੱਸ ਦਈਏ। ਇੱਕ ਤਾਂ ਇਹ ਤਰੀਕਾ ਜਦੋਂ ਤੁਸੀਂ ਵਿਅਕਤੀਗਤ ਤੌਰ ਦੇ ਉੱਤੇ ਅਰਦਾਸ ਕਰ ਰਹੇ ਆ। ਦੂਜੀ ਹੈਗੀ ਆ ਸੰਗਤੀ ਅਰਦਾਸ, ਜਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਆ, ਉਹਦੇ ਆਪਣੇ ਨਿਯਮ ਨੇ, ਉਹ ਉਸੇ ਤਰ੍ਹਾਂ ਹੀ ਕਰਨੀ ਆ ਜਿੱਦਾਂ ਜਿਹੜੇ ਨਿਯਮ ਹੈਗੇ ਨੇ। ਖਲੋ ਕੇ ਮਹਾਰਾਜ ਦੇ ਅੱਗੇ ਅਰਦਾਸ ਕਰਨੀ ਆ, ਤੇ ਉਸ ਵੇਲੇ ਵੀ ਇਹ ਜਿਹੜੇ ਪ੍ਰਿੰਸੀਪਲ ਦੱਸੇ ਆ ਇਹ ਮਨ ਵਿੱਚ ਲਾਗੂ, ਮਨ ਦੀ ਅਵਸਥਾ ਤੌਰ ਤੇ ਇਹ ਲਾਗੂ, ਮਨ ਦੀ ਅਵਸਥਾ ਦੇ ਤੌਰ ਤੇ ਇਹੋ ਲਾਗੂ ਹੁੰਦੇ ਆ। ਪਰ ਉਹ ਕਰਨ ਦਾ ਜਿਹੜਾ ਤਰੀਕਾ ਸਾਨੂੰ ਪੰਥ ਨੇ ਪ੍ਰਵਾਨ ਕੀਤਾ ਉਹ ਉਸੇ ਤਰ੍ਹਾਂ ਹੀ ਕਰਨੀ ਆ, ਗੁਰੂ ਮਰਿਆਦਾ 'ਚ ਰਹਿ ਕੇ ਕਰਨੀ ਆ। ਔਰ ਇਹ ਤਰੀਕਾ ਇਹੋ ਹੀ ਵਰਤਣਾ ਮਨ ਦੇ ਤੌਰ ਤੇ, ਮਾਨਸਿਕ ਤੌਰ ਦੇ ਉੱਤੇ ਇਹੀ ਕਰਨਾ, ਤੇ ਤਾਂ ਕਿ ਮਨ ਨੂੰ ਆਤਮਾ ਦੇ ਨਾਲ ਜੋੜਨਾ ਆ। ਤੇ ਨਾਲ ਇਹ ਆ ਕਿ ਮਨ ਦੇ ਵਿੱਚ ਜਿਹੜੀ ਗੱਲ ਆਪਾਂ ਛੱਡਣੀ ਆ ਉਹ ਸਹਿਜ ਸੁਭਾਏ ਹੀ ਛੱਡਣੀ ਆ, ਭੋਲੇ ਭਾਨ ਦੇ ਵਿੱਚ ਛੱਡਣੀ ਆ। ਸਹਿਜ ਸੁਭਾਏ ਹੋਏ ਸੋ ਹੋਏ, ਕਰਨੇ ਹਾਰ ਪਛਾਣੇ ਸੋਏ, ਸੁਖਮਨੀ ਸਾਹਿਬ ਦੇ ਵਿੱਚ ਆਉਂਦੀ ਹੈ ਨਾ ਤੁਕੇ। ਸੋ ਦੂਜਾ ਇਹ ਆ ਕਿ ਅਰਦਾਸ ਆਪਾਂ ਕਿਤੇ ਵੀ ਕਰ ਸਕਦੇ, ਇਹਦੀ ਕੋਈ ਬੰਦਿਸ਼ ਨਹੀਂ ਹੈਗੀ ਵੀ ਕਿੱਥੇ, ਕਿਉਂਕਿ ਪਰਮਾਤਮਾ ਹਰ ਥਾਂ ਤੇ, ਹਰ ਥਾਂ ਹੈਗਾ। ਇੱਕ ਤਾਂ ਅਰਦਾਸ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਕਰਨੇ ਆ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪ੍ਰੈਜ਼ੈਂਟ, ਫਿਰ ਉਹਨਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਪਾਉਣੇ ਆ। ਅਰਦਾਸ ਦੇ ਸ਼ਬਦਾਂ ਨੂੰ ਆਪਾਂ ਜੀ ਦੇਖੀਏ ਨਾ, ਅਰਦਾਸ ਹੈਗੀ ਆ ਅਕਾਲ ਪੁਰਖ ਨੂੰ ਹੀ ਸੰਬੋਧਨ ਹੋ ਗਈ, ਇਹ ਪੰਥ ਦੇ ਸਦਾ ਸਹਾਈ ਅਕਾਲ ਪੁਰਖ ਦਤਾਰ ਜੀ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ, ਸਤਿਗੁਰੂ ਨੂੰ ਉਹਦਾ ਮਾਧਿਅਮ ਬਣਾਉਂਦੇ ਹਾਂ।
ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਪਾਉਂਦੇ ਆ ਜੀ। ਤੇ ਦੂਜਾ ਇਹ ਵੀ ਗੁਰ ਪਰਮੇਸ਼ਰ ਇੱਕੋ ਜਾਣ ਵਾਲੀ ਗੱਲ ਆ। ਤੇ ਉੱਥੇ ਪਰ ਜਦੋਂ ਤੁਸੀਂ ਅਕਾਲ ਪੁਰਖ ਦੇ ਮੂਹਰੇ ਅਰਦਾਸ ਕਰਨੀ ਆ, ਤੁਸੀਂ ਜਿੱਥੇ ਮਰਜ਼ੀ ਖੜੇ ਹੋ ਕੇ, ਜਦੋਂ ਮਰਜ਼ੀ ਖੜੇ ਹੋ ਕੇ ਕਰ ਸਕਦੇ ਆ। ਆਪਾਂ ਨਿਤਨੇਮ ਦੀ ਅਰਦਾਸ ਨੂੰ ਘਰਾਂ 'ਚ ਕਰਦੇ, ਘਰਾਂ 'ਚ ਕਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ। ਔਰ ਪਰ ਜਦੋਂ ਰਹਿ ਰਾਸ ਦੇ ਹੁਕਮ ਆ ਸਤਿਗੁਰ ਦੇ 52 ਬਚਨਾਂ 'ਚ ਕਿ ਰਹਿ ਰਾਸ ਤੋਂ ਬਾਅਦ ਖੜੇ ਹੋ ਕੇ ਅਰਦਾਸ ਕਰਨੀ ਆ, ਆਪਾਂ ਖੜੇ ਹੋ ਕੇ ਹੀ ਅਰਦਾਸ ਕਰਦੇ ਆ। ਜੀ ਜੀ, ਕਿਉਂਕਿ ਹੁਕਮ ਹੈ ਸਤਿਗੁਰ ਦਾ। ਹੁਣ ਦੇਖੋ ਤੁਸੀਂ ਅਰਦਾਸਾਂ ਜਦੋਂ ਕਰਦੇ ਆ, ਤੁਸੀਂ ਕਿਤੇ ਵੀ ਕੀਤੀ ਅਰਦਾਸ, ਕਿਤੇ ਵੀ ਉਹਦਾ ਅਸਰ ਹੋ ਸਕਦਾ। ਇੱਕ ਇਹ ਵੀ ਗੱਲ ਹੈ, ਕਿਉਂਕਿ ਅਰਦਾਸਾਂ ਦਾ ਦੇਸ਼ ਤੇ ਕਾਲ ਤੋਂ ਫਰੀ ਨੇ। ਜਿੱਦਾਂ ਮੱਖਣ ਸ਼ਾਹ ਲਵਾਣੇ ਦੀ ਅਰਦਾਸ ਸੀ, ਉਹ ਤਾਂ ਆਪਣੇ ਬੇੜੇ 'ਚ ਸੀਗਾ। ਬਿਲਕੁਲ ਬਿਲਕੁਲ, ਹਾਂਜੀ। ਔਰ ਸਤਿਗੁਰੂ ਬਾਬੇ ਬਕਾਲੇ ਬੈਠੇ ਸੀਗੇ ਤੇ ਉਹਨੂੰ ਪਤਾ ਨਹੀਂ ਸੀ ਬਾਬੇ ਬਕਾਲੇ ਆ, ਉਹਨੂੰ ਪਤਾ ਨਹੀਂ ਸੀ ਬਕਾਲੇ ਆ ਕੇ ਬੈਠੇ ਆ ਨਾ। ਉਹ ਤਾਂ ਕਹਿੰਦਾ ਵੀ ਸਤਿਗੁਰੂ ਜੀ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਆ, ਜੋਦੜੀ ਆ, ਬੇਨਤੀ ਆ ਕਿ ਮੇਰਾ ਬੇੜਾ ਪਾਰ ਲੱਗ ਜਾਏ। ਲੱਗ ਗਿਆ ਜੀ। ਕਿਉਂਕਿ ਦੇਖੋ ਜਿੱਦਾਂ ਹੁਣ ਤੁਸੀਂ ਕੋਈ ਇੰਡੀਆ ਬੈਠਾ ਆ, ਤੁਸੀਂ ਇੱਥੇ ਅਰਦਾਸ ਕਰਦੇ ਆਪਣੇ ਪਿਆਰੇ ਲਈ, ਕਿ ਉਹ ਅਰਦਾਸ ਉੱਥੇ ਪਹੁੰਚਦੀ ਆ। ਉਹ ਪਹੁੰਚਣ ਦਾ ਸਾਧਨ ਉਹੀ ਆ ਜਿਹੜੀ ਏਕਾ ਸੁਰਤ ਸਭ ਸਭੇ ਹੈ ਜੀ, ਜਿੰਨੇ ਵੀ ਜੀ ਆ ਸਾਰਾ ਸੁਰਤ ਇੱਕੋ ਹੀ, ਕੌਨਸ਼ੀਅਸਨੈਸ ਇੱਕੋ ਹੀ ਆ, ਚੇਤਨਾ ਇੱਕੋ ਹੀ ਆ। ਉਹ ਚੇਤਨਾ ਦੇ ਥਰੂ, ਉਹ ਮਾਧਿਅਮ ਉਹਦੇ ਥਰੂ ਉਹ ਚਲੇ ਜਾਂਦੀ ਹੈ ਅਰਦਾਸ, ਕਿਤੇ ਵੀ ਤੁਸੀਂ ਕਰ ਲਓ। ਹੁਣ ਕਈ ਵਾਰ ਆਪਾਂ ਸੋਚਦੇ ਨਾ ਕਿਸੇ ਨੂੰ ਯਾਦ ਕੀਤਾ ਮਾੜਾ ਜਿਹਾ, ਉਹਦਾ ਉਸ ਵੇਲੇ ਟੈਲੀਫੋਨ ਆ ਜਾਂਦਾ, ਇਹ ਕਿੱਦਾਂ ਹੋ ਗਿਆ? ਮਤਲਬ ਜਿੱਦਾਂ ਟੈਲੀਫਾਤੀ ਕਹਿ ਦਿੰਦੇ ਆ, ਜਾਂ ਉਹ ਸਾਰਾ ਇਹ ਸਿਸਟਮ ਵਰਕਿੰਗ ਉਹੋ ਹੀ ਆ, ਉਹਦੇ ਥਰੂ ਹੀ ਸਾਰਾ ਇਹ ਕੰਮ ਕਰਦਾ। ਸੋ ਦੂਰ ਬੈਠੇ ਵੀ ਅਸੀਂ ਆਪਣੀਆਂ ਸੁਨੇਹੀਆਂ ਲਈ ਅਰਦਾਸਾਂ ਕਿਤੇ ਵੀ ਅਸੀਂ ਕਰ ਸਕਦੇ ਹਾਂ। ਉਹ ਅਰਦਾਸਾਂ ਪਹੁੰਚਦੀਆਂ, ਈਵਨ ਵਿਛੜੀਆਂ ਰੂਹਾਂ ਨੂੰ ਵੀ ਅਰਦਾਸਾਂ ਸਾਡੀਆਂ ਪਹੁੰਚਦੀਆਂ। ਜੇ ਆਪਾਂ ਕਈ ਵੀ ਨਹੀਂ ਪਹੁੰਚਦੀਆਂ, ਉਹਨਾਂ ਤੱਕ ਵੀ ਇਹਦੀ ਪਹੁੰਚ ਹੈ ਅਰਦਾਸ ਦੀ। ਸੋ ਅਰਦਾਸ ਕਿਤੇ ਵੀ ਕੀਤੀ ਜਾ ਸਕਦੀ ਹੈ। ਹੁਣ ਅੱਗੇ ਸਵਾਲ ਇਹ ਆਉਂਦਾ ਕਿ ਅਰਦਾਸਾਂ ਮਨਜ਼ੂਰ ਕਿਉਂ ਨਹੀਂ ਹੁੰਦੀਆਂ? ਜੀ, ਇਹ ਬੜਾ ਵੱਡਾ ਸਵਾਲ ਹੈ। ਹੁਣ ਆਪਾਂ ਇੰਨੀਆਂ ਅਰਦਾਸਾਂ ਕਰਦੇ, ਸਾਰੀਆਂ ਸਾਡੀਆਂ ਮਨਜ਼ੂਰ ਨਹੀਂ ਹੁੰਦੀਆਂ। ਹੁਣ ਇਹ ਆਮ ਕਰਕੇ ਕਿਹਾ ਜਾਂਦਾ ਕਿ ਅਰਦਾਸਾਂ ਨਾ ਮਨਜ਼ੂਰ ਹੋਣ ਲਈ ਅਸੀਂ ਆਪ ਹੀ ਅਟਕਾਅ ਪੈਦਾ ਕਰ ਦਿੰਦੇ ਉਹਦੇ ਵਿੱਚ ਜੀ, ਉਹਦੇ ਵਿੱਚ ਆਬਸਟੈਕਲਸ, ਬਲੋਕਿੰਗ ਉਹਨੂੰ ਕਰ ਦਿੰਦੇ ਆ। ਉਹ ਇਸ ਕਰਕੇ ਕਰਦੇ ਆ, ਜਦੋਂ ਆਪਾਂ ਥੋੜ੍ਹਾ ਜਿਹਾ ਨੈਗੇਟਿਵ ਸੋਚਦੇ ਆ ਨਾ, ਉਹ ਬਲੋਕ ਹੁੰਦਾ। ਠੀਕ, ਨੈਗੇਟਿਵ ਤੁਸੀਂ ਭੰਬਲ ਭੂਸੇ ਵਿੱਚ ਮਨ ਨੂੰ ਤੁਸੀਂ ਪਾ ਜਾਂਦੇ ਆ, ਜਿਸ ਕਰਕੇ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ। ਜਿੱਦਾਂ ਫਾਰ ਐਗਜ਼ਾਮਪਲ ਤੁਸੀਂ ਮਨ ਨੂੰ ਕਿਹਾ ਵੀ ਤੂੰ ਆਹ ਅਰਦਾਸ ਮੇਰੀ ਪੂਰੀ ਹੋਣੀ ਚਾਹੀਦੀ ਆ, ਮਿੰਟ ਬਾਅਦ ਪਤਾ ਨਹੀਂ ਪੂਰੀ ਹੋਣੀ ਨਹੀਂ ਹੋਣੀ ਜਾਂ ਹੋ ਗਈ। ਇੱਦਾਂ ਦੇ ਵਿਚਾਰ ਜਦੋਂ ਆਉਣੇ ਸ਼ੁਰੂ ਹੋ ਜਾਂਦੇ ਆ ਨਾ ਨੈਗੇਟਿਵ, ਫਿਰ ਮਨ ਕਨਫਿਊਜ਼ ਹੋ ਜਾਂਦਾ। ਜਿੱਦਾਂ ਕਿ ਤੁਸੀਂ ਡਰਾਈਵਰ ਦੇ ਨਾਲ ਬੈਠੇ ਆ, ਟੈਕਸੀ ਲਈ ਆ, ਤੁਸੀਂ ਕਹੋ ਐ ਨੂੰ ਚੱਲ, ਐ ਨੂੰ ਚੱਲ, ਐ ਨੂੰ ਚੱਲ, ਐ ਨੂੰ ਚੱਲ, ਤੇ ਤੁਸੀਂ ਆਪਣੇ ਜਿੱਥੇ ਪਹੁੰਚਣਾ ਮੰਜ਼ਿਲ 'ਤੇ ਨਹੀਂ ਪਹੁੰਚੋਗੇ। ਇਹ ਹਿਸਾਬ ਉਹੀ ਕਨਫਿਊਜ਼ਨ ਆ। ਇਹ ਕਨਫਿਊਜ਼ਨ ਆਪਾਂ ਕਦੀ ਨਹੀਂ ਹੋਣ ਦੇਣੀ। ਜਦੋਂ ਆਪਾਂ ਕਨਫਿਊਜ਼ਨ ਕਰਦੇ ਆ, ਅਰਦਾਸ ਕਰ ਦਿੱਤੀ, ਮਨ 'ਚ ਆਉਂਦਾ ਪਤਾ ਨਹੀਂ ਪੂਰੀ ਹੋਣੀ ਕਿ ਨਹੀਂ ਹੋਣੀ, ਕਿੱਥੇ ਅਰਦਾਸਾਂ ਪੂਰੀਆਂ ਹੁੰਦੀਆਂ, ਜਾਂ ਕੋਈ ਨੈਗੇਟਿਵ ਉਹਦਾ ਲੈ ਲਿਆ, ਜਾਂ ਉਹਦੇ ਬਾਰੇ ਚਿੰਤਾ ਸ਼ੁਰੂ ਕਰ ਦਿੱਤੀ, ਹੈ ਨਾ, ਤੇ ਫਿਕਰ ਕਰਨਾ ਸ਼ੁਰੂ ਕਰ ਦਿੱਤਾ ਕਿ ਅਜੇ ਹੋਈ ਕੋਈ ਨਹੀਂ, ਹੋਣੀ ਚਾਹੀਦੀ। ਫਿਰ ਇਹ ਸਾਰੇ ਨੈਗੇਟਿਵ ਅਟਕਾਅ ਨੇ, ਬਲੋਕਿੰਗ ਆ। ਇਹ ਬਲੋਕ ਜਿਹੜੇ ਅਸੀਂ ਆਮ ਕਰਕੇ ਕਰਦੇ ਆ। ਤੇ ਦੂਜੀ ਗੱਲ ਹੈ, ਕਈ ਵਾਰ ਅਸੀਂ ਜ਼ਬਰਦਸਤੀ ਕਰਦੇ ਆ ਮਨ ਦੇ ਨਾਲ, ਅਸੀਂ ਉਹਨੂੰ ਜ਼ਬਰਦਸਤੀ ਬਣਾਉਣਾ ਚਾਹੁੰਦੇ ਵੀ ਤੂੰ ਆ ਕਰ ਪੂਰਾ, ਮਨ ਹੱਟ ਜਿਹਨੂੰ ਸ਼ਬਦ ਵਰਤਦੇ। ਹਾਂ, ਜ਼ਬਰਦਸਤੀ ਮਨ ਦੇ ਨਾਲ ਕਦੀ ਨਹੀਂ ਚੱਲਦੀ। ਜਦੋਂ ਤੁਸੀਂ ਜ਼ਬਰਦਸਤੀ ਮਨ ਨਾਲ ਕੀਤੀ ਨਹੀਂ ਤੇ ਤੁਸੀਂ ਅਸਫਲ ਹੋਏ ਨਹੀਂ। ਨਤੀਜਾ ਇਹਦੇ ਉਲਟਾ ਹੋਣਾ ਸ਼ੁਰੂ ਹੋ ਜਾਊਗਾ। ਜੇ ਆਪਾਂ ਫਰਜ਼ ਕਰ ਇੱਦਾਂ ਦੇ ਤੁਹਾਡੇ ਮਨ ਦੇ ਵਿੱਚ ਨੈਗੇਟਿਵ ਪ੍ਰਭਾਵ ਆਉਂਦੇ ਰਹਿੰਦੇ ਆ, ਤੁਸੀਂ ਮਨ ਦੇ ਵਿੱਚ ਸਾਰਾ ਯਾਰ ਮੇਰਾ ਤੇ ਕੰਮ ਖਰਾਬ ਹੀ ਹੋ ਰਿਹਾ, ਕਹਿ ਲਓ ਕਿ ਮੇਰਾ ਤੇ ਪੱਠਾ ਹੀ ਬਹਿ ਗਿਆ, ਇੱਦਾਂ ਆਪਾਂ ਲਫ਼ਜ਼ ਵਰਤਦੇ ਹਾਂ। ਜਾਂ ਕਹਿ ਲਓ ਕੋਈ ਰਾਹ ਨਹੀਂ ਦਿਸਦਾ, ਸਾਰੇ ਪਾਸੇ ਆਸਾਂ ਮਿਟਦੀਆਂ ਜਾਂਦੀਆਂ, ਮੈਨੂੰ ਤੇ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ। ਇਹ ਸਾਰੇ ਨੈਗੇਟਿਵ ਨੇ। ਜਦੋਂ ਇਹਨਾਂ ਦੇ ਆਉਣੇ ਸ਼ੁਰੂ ਹੋ ਗਏ ਨਾ, ਤੇ ਫਿਰ ਤੁਹਾਡਾ ਅਵਚੇਤ ਮਨ ਆਕੀ ਹੋ ਜਾਂਦਾ, ਕਹਿੰਦਾ ਇਹ ਬੰਦੇ ਨੂੰ ਕੱਖ ਨਹੀਂ ਪਤਾ ਲੱਗਦਾ। ਹੋਰ ਸਾਂਝੀ ਕਰਾਂ ਵੀ ਇਹ ਨੈਗੇਟਿਵ ਖਿਆਲ ਬੇਸ਼ੱਕ ਕਿਸੇ ਇੱਕ ਮਨੁੱਖ ਦੇ ਹੋਣ ਤੇ ਭਾਵੇਂ ਮਨੁੱਖਾਂ ਦੇ ਸਮੂਹ ਦੇ ਹੋਣ ਜੀ। ਜੇ ਸਾਰਿਆਂ ਦੇ ਨੈਗੇਟਿਵ ਖਿਆਲ ਹੋ ਗਿਆ ਤੇ ਸਾਰਿਆਂ ਦੇ ਨਾਲ ਹੀ ਉਦਾਂ ਦੀ ਘਟਨਾਵਾਂ ਘਟਣੀਆਂ ਸ਼ੁਰੂ ਹੋ ਜਾਣੀਆਂ ਜੀ। ਪਰ ਜੇ ਸਾਰਿਆਂ ਦੇ ਹੀ ਖਿਆਲ ਚੜ੍ਹਦੀ ਕਲਾ ਵਾਲੇ ਹੋਣਗੇ ਤਾਂ ਸਾਰਿਆਂ ਨਾਲ ਹੀ ਚੰਗੀਆਂ ਘਟਨਾਵਾਂ ਘਟਣੀਆਂ ਸ਼ੁਰੂ ਹੋਣਗੀਆਂ, ਕਿਉਂਕਿ ਲਾਗੂ ਇਕੱਲੇ ਮਨੁੱਖ ਤੇ ਵੀ ਹੁੰਦਾ ਆ, ਪੂਰੀ ਕੌਮ ਤੇ ਵੀ ਹੁੰਦਾ ਹੈ। ਸੋ ਆਪਾਂ ਇਸ ਗੱਲੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਹਾਂਜੀ, ਦੂਜਾ ਇਹ ਵੀ ਇਹਨਾਂ ਧੱਕਾ ਨਹੀਂ ਚੱਲਦਾ ਮਨ ਦੇ ਨਾਲ, ਪਾਵਰ ਦੇ ਨਾਲ ਇਹਨੂੰ ਤੁਸੀਂ ਕੁਝ ਨਹੀਂ ਮਨਾ ਸਕਦੇ। ਜੇ ਕਹਿ ਲਓ ਹੁਣ ਦੇਖੋ ਅਰਦਾਸਾਂ ਦੇ ਨੁਕਤੇ ਆਪਾਂ ਕੀਤੇ ਆ ਕਿ ਪਹਿਲੀ ਗੱਲ ਤੇ ਇਹ ਆ ਵੀ ਮਨ ਦੇ ਵਿੱਚ ਐਕਸੈਪਟ ਕਰ ਲਓ ਵੀ ਮੇਰੀ ਆਹ ਵਿੱਚ ਚੀਜ਼ ਮੈਨੂੰ ਚਾਹੀਦੀ ਆ ਜੀ, ਇਹਦੀ ਮੈਨੂੰ ਲੋੜ ਆ, ਇਹ ਮੇਰਾ ਦੁੱਖ ਆ, ਦੁੱਖ ਨੂੰ ਸਵੀਕਾਰ ਕਰਨਾ। ਫਿਰ ਉਸ ਤੋਂ ਬਾਅਦ ਆ ਕਿ ਆਪਣੀ ਜਿਹੜੀ ਮੁਸ਼ਕਿਲ ਆ ਜਾਂ ਦੁੱਖ ਆ ਜਾਂ ਤੁਹਾਡੀ ਕੋਈ ਮੰਗ ਆ ਜਾਂ ਚਾਹ ਆ, ਉਹਨੂੰ ਮਨ ਦੇ ਹਵਾਲੇ ਕਰ ਦੇਣਾ, ਅਵਚੇਤ ਮਨ ਦੇ ਹਵਾਲੇ ਕਰ ਦੇਣਾ। ਤੇ ਤੀਜਾ ਹੈਗਾ ਕਿ ਮਨ ਤੇ ਫਿਰ ਯਕੀਨ ਰੱਖਣਾ ਕਿ ਇਹਨੇ ਪੂਰਾ ਕਰ ਦੇਣਾ। ਇਹਨਾਂ ਵਿੱਚ ਰੁਕਾਵਟ ਨਹੀਂ ਪਾਉਣੀ। ਜਦੋਂ ਇਹ ਰੁਕਾਵਟ ਪਊਗੀ ਕਿਸੇ ਵੀ ਸਟੇਜ ਦੇ ਵਿੱਚ, ਉਦੋਂ ਫਿਰ ਮਨ ਕਨਫਿਊਜ਼ ਹੋਊਗਾ ਤੇ ਮਨ ਨੇ ਫਿਰ ਇਹ ਪੂਰਾ ਨਹੀਂ ਕਰਨਾ। ਜਾਂ ਫਿਰ ਇਹੋ ਜਿਹੇ ਵਿਚਾਰ ਨਹੀਂ ਰਹੇ ਜੇ ਮੈਂ ਕਿਤੇ ਠੀਕ ਹੋ ਜਾਵਾਂ, ਮੈਂ ਠੀਕ ਕਿਉਂ ਨਹੀਂ ਹੋ ਰਿਹਾ, ਇੱਦਾਂ ਦੇ ਵਿਚਾਰ ਮਨ ਵਿੱਚ ਨਹੀਂ ਲਿਆਉਣੇ। ਜੇ ਲਿਆਵਾਂਗੇ ਤੇ ਉਹ ਗਲਤ ਹੋਣਗੇ।
ਸੇ ਫਿਰ ਕਹਿ ਲਓ ਉਲਟੇ ਨਤੀਜੇ ਜਿਹੜੇ ਨਿਕਲਦੇ, ਕਈ ਵਾਰ ਸਾਡੇ ਉਲਟੇ ਨਤੀਜੇ ਨਿਕਲਦੇ ਜੋ ਅਸੀਂ ਚਾਹੁੰਦੇ ਨਹੀਂ ਨਿਕਲਦੇ, ਉਹਦੇ ਇੱਕ ਦੋ ਗੱਲਾਂ ਬੜੀਆਂ ਜ਼ਰੂਰੀ ਸੋਚਣ ਵਾਲੀਆਂ ਇੱਕ ਅੱਧੇ ਮਿੰਟ ਦੇ ਵਿੱਚ ਆਪਾਂ ਕਰਦੇ ਹਾਂ ਜੀ। ਪਹਿਲੀ ਗੱਲ ਹੈ ਕਿ ਜਿਹੜੀ ਤੁਹਾਡੀ ਮੰਗ ਆ ਤੇ ਉਹਦੀ ਕਲਪਨਾ ਵਿਜ਼ੂਅਲਾਈਜੇਸ਼ਨ, ਜੇ ਇਹਨਾਂ ਵਿੱਚ ਵਿਰੋਧਾ ਭਾਵ ਹੋਵੇ ਨਾ ਫਿਰ ਮੰਗ ਤੁਹਾਡੀ ਕਦੇ ਨਹੀਂ ਪੂਰੀ ਹੋਣੀ ਜੀ। ਵਿਰੋਧਾ ਭਾਵ ਤੁਹਾਨੂੰ ਆਪਾਂ ਇੱਕ ਅੱਧੀ ਐਗਜ਼ਾਮਪਲ ਵੀ ਇਹਦੀ ਲੈ ਲੈਂਦੇ ਆ ਕਿ ਤੁਸੀਂ ਕਰੋ ਫਾਰ ਐਗਜ਼ਾਮਪਲ ਕਿ ਆਪਾਂ ਮਨ ਦੇ ਵਿੱਚ ਇਹ ਕੀਤਾ ਵੀ ਮੈਂ ਆ ਇਮਤਿਹਾਨ ਦੇਣਾ, ਇਮਤਿਹਾਨ ਦੇ ਵਿੱਚ ਸਵਾਲ ਯਾਦ ਕੀਤੇ, ਸਾਰੀ ਰਾਤ ਮਿਹਨਤ ਕਰਦੇ ਰਹੇ ਤੇ ਮਨ ਦੇ ਵਿੱਚ ਇੱਕ ਚਿੰਤਾ ਦਾ ਡਰ, ਕਲਪਨਾ, ਚਿੰਤਾ ਦੀ ਕਲਪਨਾ ਕਰ ਲਈ ਜੀ ਵੀ ਮੈਨੂੰ ਕਦੇ ਭੁੱਲ ਨਾ ਜਾਵੇ। ਜਦੋਂ ਤੁਸੀਂ ਬਹਿੰਦੇ ਆ ਐਗਜ਼ਾਮੀ ਦੇ ਵਿਸ਼ੇ ਦੇ ਵਿੱਚ ਉਦੋਂ ਸਾਰਾ ਹੀ ਵਾਸ਼ ਹੋ ਜਾਂਦਾ, ਉਹ ਜੋ ਯਾਦ ਕੀਤਾ ਤਾਂ ਭੁੱਲ ਜਾਂਦਾ ਕਿਉਂਕਿ ਮਨ ਤੇ ਚਿੰਤਾ ਹੁੰਦੀ ਹੈ ਵੀ ਮੈਂ ਭੁੱਲਣਾ ਨਹੀਂ, ਮੈਂ ਚੰਗਾ ਪੇਪਰ ਕਰਨਾ। ਜਦੋਂ ਬਾਹਰ ਆਉਂਦੇ ਤੁਹਾਨੂੰ ਸਾਰਾ ਯਾਦ ਆ ਜਾਂਦਾ। ਮਤਲਬ ਇਹ ਵਿਰੋਧਾਭਾਸ ਹੈ ਜੀ। ਜਦੋਂ ਇਹ ਵਿਰੋਧਾਭਾਸ ਹੋ ਗਿਆ ਉਦੋਂ ਮਨ ਨੇ ਕੰਮ ਨਹੀਂ ਕਰਨਾ। ਇੱਕ ਹੋਰ ਸਿੰਪਲ ਜਿਹੀ ਐਗਜ਼ਾਮਪਲ ਲੈ ਲਓ, ਆਪਾਂ ਫਰਜ਼ ਕਰੋ ਆਪਾਂ ਚਾਹੁੰਦੇ ਹਾਂ ਕਿ ਇੱਕ ਬੀਮ ਪਈ ਆ, ਬੀਮ ਦੇ ਉੱਤੇ ਤੁਸੀਂ ਤੁਰ ਲੈਂਦੇ ਆ, ਹਾਂਜੀ ਤੁਸੀਂ ਤੁਰ ਲਓ ਆਰਾਮ ਨਾਲ, ਧਰਤੀ ਤੇ ਪਈ ਹੈ ਬੀਮ ਦੇ ਤੁਰ ਸਕਦੇ ਹੋ, ਉੱਧਰ ਜਾ ਸਕਦੇ, ਉਹਨੂੰ 20 ਫੁੱਟ ਉੱਤੇ ਜਾ ਕੇ ਟੰਗ ਦਿਓ, ਫਿਰ ਤੁਰਨਾ। ਅੱਛਾ ਫਿਰ ਤੁਸੀਂ ਤੁਰਨਾ, ਤੁਸੀਂ ਤੁਰ ਉਦੋਂ ਵੀ ਸਕਦੇ ਆ ਪਰ ਤੁਹਾਡੇ ਮਨ ਦੇ ਵਿੱਚ ਇਹ ਚਿੰਤਾ ਹੋ ਜਾਣੀ ਮੈਂ ਹੁਣ ਡਿੱਗ ਪੈਣਾ ਹੈ ਨਾ। ਹੁਣ ਇਹਦਾ ਮਤਲਬ ਤੁਹਾਡੀ ਕਲਪਨਾ ਡਿੱਗਣ ਦੀ ਆ ਗਈ, ਮੰਗ ਤੁਹਾਡੀ ਤੁਰਨ ਦੀ ਆ, ਦੋਵਾਂ ਦੇ ਵਿੱਚ ਉਲਟਾ ਕੰਮ ਹੋ ਗਿਆ। ਤੁਸੀਂ ਉੱਤੇ ਤੁਰੋਗੇ ਤੁਹਾਡੇ ਮਨ ਨੇ ਤੁਹਾਨੂੰ ਡਿੱਗ ਦੇਣਾ, ਬਿਲਕੁਲ ਇਹ ਡਿੱਗੋਗੇ। ਹੁਣ ਇਹ ਵਿਰੋਧਾਭਾਸ ਜਦੋਂ ਆਉਂਦਾ ਨਾ ਉਦੋਂ ਇਹ ਕੰਮ ਖਰਾਬ ਹੁੰਦਾ ਤੇ ਅਵਚੇਤ ਮਨ ਦੀ ਜਿਹੜੀ ਸ਼ਕਤੀ ਆ ਨਾ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਅਟਕਾ ਪਾ ਰਹੇ ਹਾਂ। ਹੁਣ ਕਈ ਸੈਂਟੈਂਸ ਆਪਾਂ ਬੋਲ ਦਿੰਦੇ ਆ, ਮੈਂ ਜੇ ਰਾਜੀ ਹੋਣਾ ਚਾਹੁੰਦਾ ਪਰ ਮੈਂ ਕਿਉਂ ਨਹੀਂ ਰਾਜੀ ਹੁੰਦਾ, ਦੋ ਸੈਂਟੈਂਸ ਹੋ ਗਏ ਨਾ, ਕਲਪਨਾ ਤੇ ਉਹ ਮੰਗ ਦੇ ਵਿਰੋਧਾਭਾਸ ਦੇ ਵਿੱਚ ਦੋਗੇ ਵੀ ਮੈਂ ਠੀਕ ਹੋਣਾ ਚਾਹੁੰਦਾ ਆ ਤੇ ਪਰ ਮੈਂ ਠੀਕ ਕਿਉਂ ਨਹੀਂ ਹੋ ਰਿਹਾ, ਕੁਐਸਚਨ ਪਾ ਦਿੱਤਾ, ਇਹਦਾ ਮੈਂ ਚਿੰਤਾ ਵਾਲਾ ਪਾਰਟ ਹੋ ਗਿਆ, ਇਹ ਦੋਵਾਂ ਨੂੰ ਕੱਟ ਦਿੱਤਾ। ਫਿਰ ਇਹਦਾ ਮੈਂ ਇੰਨੀ ਮਿਹਨਤ ਕਰਦਾ ਹਾਂ ਪਰ ਮੈਂ ਫੇਲ ਕਿਉਂ ਹੋ ਜਾਂਦਾ ਜੀ, ਇਹਦਾ ਮਤਲਬ ਵੀ ਦੋ ਚੀਜ਼ਾਂ ਹੋ ਗਈਆਂ, ਫੇਲ ਨੈਗੇਟਿਵ ਆ ਗਿਆ ਜੀ, ਮਿਹਨਤ ਕਰਨਾ ਪੋਜ਼ਿਟਿਵ ਆ ਗਿਆ, ਦੋਵਾਂ ਦਾ ਇਹ ਕੰਟਰਾਡਿਕਸ਼ਨ ਹੋ ਗਈ ਆ। ਤੇ ਇਦਾਂ ਦੀ ਕਈ ਹੋ ਰਿਹਾ ਜਿੱਦਾਂ ਕਿ ਮੈਂ ਅਰਦਾਸ ਰੋਜ਼ ਕਰਦਾ ਹਾਂ ਮੇਰੀ ਖਾਸ਼ ਕਿਉਂ ਨਹੀਂ ਪੂਰੀ ਹੁੰਦੀ ਜੀ, ਇਹਦਾ ਮਤਲਬ ਅਰਦਾਸ ਨੂੰ ਆਪਾਂ ਕੱਟ ਰਹੇ ਹਾਂ, ਇਹਦੇ ਅਰਦਾਸ ਦੀ ਸ਼ਕਤੀ ਦੇ ਉੱਤੇ ਆਪਾਂ ਉਹਦੇ ਤੇ ਕੁਐਸਚਨ ਮਾਰਕ ਲਾ ਰਹੇ ਹਾਂ, ਆਪਣੇ ਆਪ ਤੇ ਆਪੇ ਹੀ ਸਵਾਲ ਲਪਾਈ ਜਾਣੇ ਜਿਹੜੇ ਉਹ ਨੁਕਸਾਨਦਾਇਕ ਹਨ ਜੀ। ਕਲਪਨਾ ਤੇ ਮੰਗ ਇਹਨਾਂ ਦਾ ਵਿਰੋਧ ਨਹੀਂ ਕਰ ਦੇਣਾ ਮਨ ਨੂੰ। ਸੋ ਮਨ ਨੂੰ ਆਪਣਾ ਸਮਾਂ ਤੇ ਇਸ ਐਪੀਸੋਡ ਦਾ ਹੋ ਗਿਆ ਤਕਰੀਬਨ। ਸੋ ਕਨਕਲੂਜਨ ਇਹਦਾ ਇਹੀ ਆ ਕਿ ਮਨ ਦੇ ਵਿੱਚ ਬਹੁਤ ਸ਼ਕਤੀ ਆ ਜੀ, ਕੁਝ ਨੁਕਤੇ ਨੇ ਜਿਹੜੇ ਧਿਆਨ 'ਚ ਰੱਖਣੇ ਚਾਹੀਦੇ ਨੇ। ਜੇ ਆਪਾਂ ਉਹ ਨੁਕਤਿਆਂ ਨੂੰ ਧਿਆਨ ਦੇ ਵਿੱਚ ਲੈ ਕੇ ਅਰਦਾਸ ਕਰੀਏ ਤੇ ਅਰਦਾਸਾਂ ਪੂਰੀਆਂ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ ਨੇ। ਪਰ ਦਾਅਵਾ ਕੋਈ ਨਹੀਂ ਹੈਗਾ, ਹਰ ਬੰਦੇ ਦੀ ਆਪਣੀ ਆਪਣੀ ਕਸ਼ਮਤਾ ਆ, ਆਪਣੀ ਸਮਰੱਥਾ ਆ, ਇਹ ਸਾਰਿਆਂ ਵਿੱਚ ਬਰਾਬਰ ਨਹੀਂ ਹੈਗੀ ਪਰ ਹੈ ਸਾਰਿਆਂ ਵਿੱਚ ਜੀ। ਪਰਮਾਤਮਾ ਨੇ ਸਾਰਿਆਂ ਵਿੱਚ ਇਹ ਚੀਜ਼ ਪਾਈ ਆ, ਕਿੰਨੀ ਕੁ ਨੂੰ ਜਾਗਰਤ ਕੀਤੀ, ਕਿੰਨੀ ਕੁ ਨੂੰ ਜਾਗਰਤ ਕਰਦੇ ਆ ਇਹ ਵਿਅਕਤੀ ਤੌਰ ਦੇ ਉੱਤੇ ਤੁਹਾਡੇ ਤੇ ਡਿਪੈਂਡ ਕਰਦਾ, ਪਰ ਇਹ ਪੋਸੀਬਿਲਿਟੀਜ਼ ਹੈਗੀਆਂ ਨੇ ਔਰ ਇਹ ਬਹੁਤ ਅਸੀਮ ਸ਼ਕਤੀ ਹੈ ਮਨ ਦੀ ਜਿਸ ਨੂੰ ਵਰਤਿਆ ਜਾ ਸਕਦਾ। ਛੋਟੀਆਂ ਮੋਟੀਆਂ ਗੱਲਾਂ ਤੇ ਐਵੇਂ ਪੂਰੀਆਂ ਹੋ ਸਕਦੀਆਂ ਜੀ ਜੀ। ਬਿਲਕੁਲ ਜਦੋਂ ਇਤਿਹਾਸ ਨਾਲ ਜੁੜ ਕੇ ਅਸੀਂ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦੀ ਅਰਦਾਸ, ਅਟਕ ਦਰਿਆ ਵੀ ਅਟਕ ਗਿਆ, ਅਟਕਾਂ ਪਾਉਣ ਵਾਲੇ ਅਟਕ ਜਾਂਦੇ ਆ ਜਦੋਂ ਤੁਹਾਡੇ ਮਨ ਦੇ ਅੰਦਰ ਕੋਈ ਅਟਕ ਨਹੀਂ ਹੁੰਦੀ। ਮਨ ਦੀਆਂ ਅਟਕਣਾਂ ਦੂਰ ਕਰਨੀਆਂ ਪੈਣੀਆਂ, ਆਪਣੇ ਖਿਆਲਾਂ ਦੀ ਕਲਪਨਾਵਾਂ ਦੀ ਇਕਸੁਰਤਾ ਕਾਇਮ ਕਰਨੀ ਪੈਣੀ ਆ, ਗੁਰੂ ਤੇ ਭਰੋਸਾ ਕਾਇਮ ਕਰਨਾ ਪੈਣਾ, ਨਿਸ਼ਚੈ ਰੱਖਣਾ ਪੈਣਾ। ਜਿਹੜੀ ਗੱਲ ਕਲਗੀਧਰ ਪਾਤਸ਼ਾਹ ਨੇ ਕਹੀ ਆ ਕਿ ਨਿਸ਼ਚੈ ਕਰ ਆਪਣੀ ਜੀਤ ਕਰੂ, ਨਿਸ਼ਚੈ ਦੇ ਉੱਤੇ ਤੁਹਾਡੀ ਜਿੱਤ ਜਿਹੜੀ ਤੁਹਾਡੇ ਨਿਸ਼ਚੈ ਉੱਤੇ ਖੜੀ ਆ, ਤੁਹਾਡੀ ਪੂਰਤੀ ਜਿਹੜੀ ਤੁਹਾਡੇ ਨਿਸ਼ਚੈ ਉੱਤੇ ਖੜੀ ਆ। ਔਰ ਅਕਾਲੀ ਬਾਬਾ ਫੂਲਾ ਸਿੰਘ ਦੀ ਅਰਦਾਸ, ਸਾਡੇ ਪੁਰਾਤਨ ਕਵੀਆਂ ਨੇ ਗੱਲ ਕਹੀ, ਕੀ ਹੋਇਆ ਤੋਪ ਨਹੀਂ ਜੇ ਪਾਸ ਹੈ ਸਾਡੇ ਕੋਲ ਅਰਦਾਸ ਹੈ, ਜੇ ਤੋਪ ਨਹੀਂ ਵੱਡੀ ਆਈ ਤੇ ਫਿਰ ਕੀ ਹੋ ਗਿਆ। ਅਕਾਲੀ ਫੂਲਾ ਸਿੰਘ ਦੇ ਬੋਲ ਸਨ, ਅਰਦਾਸ ਤਾਂ ਹੈ ਨਾ ਸਾਡੇ ਕੋਲ ਤੇ ਅਰਦਾਸ ਹੀ ਉਹ ਕੰਮ ਕਰੇਗੀ, ਬਖਸ਼ਿਸ਼ਾਂ ਹੋਣਗੀਆਂ, ਅਸੀਂ ਜਿੱਤਾਂਗੇ। ਨਿਸ਼ਚੈ ਕਰ ਆਪਣੀ ਜੀਤ ਕਰਨ ਵਾਲੀ ਗੱਲ, ਸਾਡੀ ਸਾਰੀਆਂ ਗੱਲਾਂ ਪੂਰੀਆਂ ਹੋਣਗੀਆਂ ਕਿਉਂਕਿ ਅਸੀਂ ਵਾਹਿਗੁਰੂ ਦੇ ਹਾਂ। ਵਾਹਿਗੁਰੂ ਸਰਬ ਸਮਰੱਥ ਹੈ, ਅਸੀਂ ਵਾਹਿਗੁਰੂ ਦੇ ਹਾਂ। ਵਾਹਿਗੁਰੂ ਸਰਬ ਸੁੱਖਾਂ ਦਾ ਦਾਤਾ ਹੈ, ਅਸੀਂ ਵਾਹਿਗੁਰੂ ਦੇ ਹਾਂ। ਵਾਹਿਗੁਰੂ ਹਮੇਸ਼ਾ ਅਰੋਗ ਹੈ, ਸੋ ਅਸੀਂ ਸੁੱਖਾਂ ਦੇ ਵਿੱਚ ਰਹਾਂਗੇ, ਅਰੋਗ ਰਹਾਂਗੇ, ਉਹਦੀ ਮਿਹਰ ਦੇ ਵਿੱਚ ਰਹਾਂਗੇ। ਇਹ ਅਰਦਾਸ, ਇਹ ਖਿਆਲ ਤੁਹਾਡੇ ਮਨ ਅੰਦਰ ਚੱਲਦੇ ਰਹਿਣਗੇ ਤੇ ਅਰਦਾਸਾਂ ਦੀ ਪੂਰਤੀ ਹੋਵੇਗੀ। ਆਪ ਸਭ ਦਾ ਧੰਨਵਾਦ, ਜੁੜੇ ਰਹੋ ਸੰਗਤ ਟੈਲੀਵਿਜ਼ਨ ਦੇ ਨਾਲ। ਡਾਕਟਰ ਸਾਹਿਬ ਜੀ ਦਾ ਧੰਨਵਾਦ ਜਿਹੜਾ ਤੁਸੀਂ ਕੀਮਤੀ ਸਮਾਂ ਕੱਢ ਰਿਹਾ ਜੀ। ਇੱਕ ਵਾਰੀ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।